ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਖੱਬੀ ਪੱਖੀ ਸਿਆਸਤ ਤੇ ਸਵਾਲਾਂ ਦੀ ਝੜੀ। ਸਾਡੇ ਨਾਲ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ। ਹਮੀਰ ਸਿੰਘ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ। ਹਮੀਰ ਸਿੰਘ ਜੀ, ਕੇਰਲ ਦੇ ਵਿੱਚ ਜਿਹੜੀ ਨਵੀਂ ਚੁਣੀ ਗਈ ਸਰਕਾਰ ਹੈ ਉਸਨੇ ਆਪਣੇ ਮੰਤਰੀ ਮੰਡਲ ਦੀ ਚੋਣ ਕਰ ਲਈ ਹੈ, ਪਰ ਇਸ ਵਾਰ ਸਭ ਤੋਂ ਵੱਡੀ ਗੱਲ ਇਹ ਰਹਿ ਰਹੀ ਹੈ ਕਿ ਪਿਛਲੇ ਸਮੇਂ ਜਿਹੜੀ ਸਿਹਤ ਮੰਤਰੀ ਚੱਲਦੀ ਆ ਰਹੀ ਸੀ ਕੇ ਸ਼ੈਲਜਾ, ਜਿਸ ਨੂੰ ਕਿ ਇਸ ਵਾਰ ਮੰਤਰੀ ਮੰਡਲ 'ਚ ਨਹੀਂ ਰੱਖਿਆ ਗਿਆ। ਕੇ ਸ਼ੈਲਜਾ ਦੀ ਜਿਹੜੀ ਕਾਰਗੁਜ਼ਾਰੀ ਦੀ ਕਰੋਨਾ ਦੌਰਾਨ ਬਹੁਤ ਵੱਡੇ ਪੱਧਰ 'ਤੇ ਦੇਸ਼ ਭਰ 'ਚ ਸ਼ਲਾਘਾ ਹੁੰਦੀ ਰਹੀ ਹੈ, ਪਰ ਉਸ ਦੇ ਬਾਵਜੂਦ ਜਿਹੜਾ ਉਸ ਨੂੰ ਮੰਤਰੀ ਮੰਡਲ 'ਚ ਨਹੀਂ ਰੱਖਿਆ ਜਾ ਰਿਹਾ, ਇਸ 'ਤੇ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਰਹੇ ਨੇ। ਅਸੀਂ ਜਾਣਨਾ ਚਾਹਾਂਗੇ ਉਹਨਾਂ ਨੂੰ ਸਰਕਾਰ ਦੇ ਵਿੱਚ ਕਿਉਂ ਨਹੀਂ ਮੰਤਰੀ ਮੰਡਲ ਦੇ ਵਿੱਚ ਰੱਖਿਆ ਗਿਆ ਤੇ ਇਹਦੇ ਕੀ ਕਾਰਨ ਹੋ ਸਕਦੇ ਨੇ। ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਪਿੱਛੇ ਜਦੋਂ ਕੋਵਿਡ ਦਾ ਦੌਰ ਪਹਿਲਾਂ ਚੱਲਿਆ ਪਿਛਲੇ ਸਾਲ, ਉਦੋਂ ਕੇਰਲਾ ਗੌਰਮੈਂਟ ਤੇ ਗੌਰਮੈਂਟ 'ਚੋਂ ਖਾਸ ਤੌਰ 'ਤੇ ਸਿਹਤ ਮੰਤਰੀ ਇਹ ਜਿਹੜੀ ਕੇ ਸ਼ੈਲਜਾ ਸੀਗੀ, ਉਹਦੀ ਅਗਵਾਈ ਨੂੰ ਜਾਂ ਜਿਸ ਢੰਗ ਨਾਲ ਉਹਨਾਂ ਨੇ ਵਿਉਂਤਬੰਦੀ ਕੀਤੀ ਤੇ ਉਹਨੂੰ ਰੋਕਿਆ, ਉਹ ਦੇਸ਼ ਦੇ ਵਿੱਚ ਹੀ ਨਹੀਂ ਬਲਕਿ ਦੁਨੀਆ ਦੇ ਵਿੱਚ ਵੱਡੇ ਤੋਂ ਵੱਡੇ ਜਿਹੜੇ ਮੈਗਜ਼ੀਨ ਨੇ, ਪ੍ਰੈਸ ਦੇ ਵਿੱਚ ਜਾਂ ਸਰਕਾਰਾਂ ਨੇ ਵੀ ਉਹਨੂੰ ਫੋਲੋ ਕੀਤਾ ਔਰ ਉਹਦੀ ਮਤਲਬ ਪ੍ਰਸ਼ੰਸਾ ਕੀਤੀ ਕਿ ਕਿਸ ਪੱਧਰ 'ਤੇ ਕਿੰਨੀ ਕਾਮਯਾਬੀ ਦੇ ਨਾਲ ਇਹਨੂੰ ਰੋਕਿਆ ਗਿਆ। ਅਤੇ ਉਦੋਂ ਬਾਅਦ ਪਰ ਗੱਲ ਇਹ ਹੁੰਦੀ ਹੈ ਕਿ ਸਿਆਸਤ ਇੱਕ ਸਿਆਸਤ ਦੀ ਤਰ੍ਹਾਂ ਬਿਹੇਵ ਕਰਦੀ ਹੈ ਔਰ ਪਹਿਲੀ ਵਾਰ ਜਦੋਂ ਕੁਝ ਤਬਦੀਲੀਆਂ ਕੀਤੀਆਂ ਸੀ ਉਹਨਾਂ ਨੇ, ਚੀਫ ਮਿਨਿਸਟਰ ਨੇ, ਪਹਿਲਾਂ ਹੀ ਇੱਕ ਫੈਸਲਾ ਕੀਤਾ ਗਿਆ ਉਹਦੇ ਵੱਲੋਂ। ਉਹ ਫੈਸਲਾ ਕੀਤਾ ਗਿਆ ਕਿ ਜਿਹੜੀ ਨਵੀਂ ਚੋਣ 'ਚ ਜਾਣਾ ਅਸੀਂ ਜਦੋਂ ਹੁਣ ਇਸ ਨਵੀਂ ਚੋਣ ਦੇ ਵਿੱਚ ਇੱਕ ਫੈਸਲਾ ਉਹਨਾਂ ਨੇ ਇਹ ਕੀਤਾ ਵੀ ਜਿਹਨੇ ਵੀ 2 ਟਰਮਾਂ ਜਾਂ 2 ਟਰਮਾਂ ਤੋਂ ਵੱਧ ਪਹਿਲਾਂ MLA ਰਹਿ ਗਿਆ ਤਾਂ ਕਿਸੇ ਨੂੰ ਵੀ ਟਿਕਟ ਨਹੀਂ ਮਿਲੂਗੀ। ਹੋਰ ਇੱਕ ਸਿਧਾਂਤ ਬਣਾਤਾ ਔਰ ਉਹਨੇ ਆਪਣੇ ਮੰਤਰੀਆਂ ਸਮੇਤ ਕਿਸੇ ਨੂੰ ਟਿਕਟ ਨਹੀਂ ਦਿੱਤੀ ਉਹਨਾਂ ਨੂੰ ਜਿਹੜੇ 2 ਟਰਮਾਂ ਤੋਂ ਵੱਧ ਵਾਲੇ ਸੀ ਜਾਂ 2 ਟਰਮਾਂ ਵਾਲੇ ਸੀਗੇ, ਤਾਂ ਕਿ ਨਵਿਆਂ ਨੂੰ ਮੌਕਾ ਮਿਲੇ। ਦੂਜਾ, ਹੁਣ ਜਦੋਂ ਜਿੱਤ ਹੋ ਗਈ ਤੇ 140 ਦੇ ਵਿੱਚੋਂ 99 ਦੇ ਕਰੀਬ ਸੀਟਾਂ ਲੈ ਕੇ ਦੁਬਾਰਾ ਇਹ ਸੱਤਾ ਦੇ ਵਿੱਚ ਆਏ, ਤਾਂ ਦੁਬਾਰਾ ਉਹਨੇ ਫੈਸਲਾ ਇਹ ਕਰ ਲਿਆ ਕਿ ਮਿਨਿਸਟਰੀ 'ਚ ਵੀ ਜਿਹੜਾ ਪਹਿਲਾਂ ਮੰਤਰੀ ਸੀ ਉਹਨੂੰ ਕਿਸੇ ਨੂੰ ਨਹੀਂ ਲੈਣਾ, ਸਾਰੇ ਨਵੇਂ ਚੋਂ ਹੀ ਮੰਤਰੀ ਲੈਣੇ ਨੇ ਜਿਸ ਪੱਧਰ ਦੇ ਉੱਤੇ। ਉਸ ਇੱਕ ਸਿਧਾਂਤਕ ਪਹਿਲੂ ਦੇ ਤਹਿਤ ਕੇ ਸ਼ੈਲਜਾ ਵੀ ਰੱਖੀ ਗਈ ਕਿ ਉਹ ਨਹੀਂ ਰਹੂਗੀ। ਹੁਣ ਇਹਦੇ 'ਚ ਦੋਨੋਂ ਗੱਲਾਂ ਨੇ। ਇਹਦੇ 'ਚ ਕੁਝ ਲੋਕ ਇਹ ਵੀ ਕਹਿ ਰਹੇ ਸੀ ਕਿ ਜਿਵੇਂ ਫਿਰ ਜੇ ਚੀਫ ਮਿਨਿਸਟਰ ਆਪ ਖੁਦ ਉਹ ਲਗਾਤਾਰ ਰਹਿ ਸਕਦੇ ਨੇ ਤਾਂ ਇੱਕ ਮੰਤਰੀ ਜਿਹਦੀ ਬਹੁਤ ਵਧੀਆ ਕਾਰਗੁਜ਼ਾਰੀ ਸੀ ਉਹ ਵੀ ਰੱਖੀ ਜਾ ਸਕਦੀ, ਉਹਨੂੰ ਕੀ ਸਮੱਸਿਆ ਸੀ। ਫਿਰ ਜੇ ਅਪਵਾਦ ਜਿਹਨੂੰ ਆਪਾਂ ਕਹਿੰਦੇ ਹਾਂ ਕਿ ਬਾਕੀ ਦਾ ਅਸੂਲ ਤੁਸੀਂ ਲਾਗੂ ਕੀਤਾ, ਕੁਝ ਖਾਸ ਅਪਵਾਦ ਸੀ, ਜੇ ਚੀਫ ਮਿਨਿਸਟਰ ਅਪਵਾਦ ਹੈ ਤਾਂ ਉਹ ਵੀ ਹੋ ਸਕਦਾ ਸੀ। ਇੱਕ ਤਾਂ ਇਹ ਵੀ ਇੱਕ ਤਰੀਕਾ ਹੈ। ਦੂਜੀ ਗੱਲ, ਇਸ ਗੱਲ ਕਰਕੇ ਵੀ ਕੁਝ ਹੱਦ ਤੱਕ ਆਲੋਚਨਾ ਹੋ ਰਹੀ ਹੈ ਕਿ ਜਿਹੜਾ ਮੰਤਰੀ ਮੰਡਲ ਚ ਲਿਆ ਗਿਆ ਇੱਕ ਚੀਫ ਮਿਨਿਸਟਰ ਦਾ ਜਵਾਈ ਹੈ, ਉਹ ਜਵਾਈ ਐ ਨਹੀਂ ਕਿ ਕਿੱਥੋਂ ਚੱਕ ਕੇ ਆਪਣੀ ਦੂਜੀ ਪੋਲੀਟਿਕਸ ਦੀ ਤਰ੍ਹਾਂ ਵੀ ਚੱਕ ਕੇ ਇਸ ਲਈ ਲੈ ਲਿਆ ਗਿਆ। ਉਹ DYFI ਦਾ ਆਲ ਇੰਡੀਆ ਦਾ ਪ੍ਰਧਾਨ ਹੈ, ਜਿਹੜਾ ਯੂਥ ਫਰੰਟ ਹੈ CPM ਦਾ, ਉਹਦਾ ਆਲ ਇੰਡੀਆ ਦਾ ਪ੍ਰੈਜ਼ੀਡੈਂਟ ਸੀ। 45 ਸਾਲ ਦਾ ਏਜ ਦੀ ਗਰੁੱਪ ਹੈ ਤੇ ਉਹ ਵੀ MLA ਬਣਿਆ, ਜਿਹੜਾ ਉਹਨੂੰ ਲਿਆ ਗਿਆ। ਇਸ ਤੋਂ ਅਗਲੀ ਗੱਲ ਇਹ ਹੈ ਕਿ ਇੱਕ ਹੋਰ ਮੰਤਰੀ ਲਿਆ ਗਿਆ। ਉਹ ਮੰਤਰੀ ਉਹ ਬੀਬੀ ਹੈ ਜਿਹੜੀ ਕੇਰਲਾ ਦੀ CPM ਦੀ ਪਾਰਟੀ ਦੇ ਸਕੱਤਰ ਦੀ ਵਾਈਫ ਹੈ, ਪਤਨੀ ਹੈ। ਉਹਦੇ 'ਚ ਇਹ ਸਵਾਲ ਉੱਠਣ ਲੱਗੇ ਨੇ ਕਿ CPM ਵਰਗੀ ਪਾਰਟੀ ਦੇ ਵਿੱਚ ਵੀ ਹੁਣ ਖੱਬੇ ਪੱਖੀਆਂ ਦੇ ਵਿੱਚ ਵੀ ਇੱਕ ਤਾਂ ਇਹ ਆਉਣਾ ਸ਼ੁਰੂ ਹੋ ਗਿਆ, ਇਹਦਾ ਮਤਲਬ ਕਿ ਜਿਹੜਾ ਪਰਿਵਾਰਵਾਦ ਹੈ। ਹਾਲਾਂਕਿ ਇਹ ਨਹੀਂ ਹੋਇਆ ਹੈ ਕਿ ਉਹਨਾਂ ਦਾ ਉਹਦੇ 'ਚ ਰੋਲ ਨਹੀਂ ਹੋਏਗਾ, ਸ਼ਾਇਦ ਹੋਲ ਟਾਈਮਰ ਹੋਣ ਸਾਰੇ, ਉਹ ਵੀ ਹੋਲ ਟਾਈਮਰ ਹੋਊਗੀ, ਉਹ ਵੀ ਹੋਲ ਟਾਈਮਰ ਜਿਵੇਂ ਬਰਿੰਦਾ ਕਰਾਤ ਹੈ ਤੇ ਉਹਦੇ ਹਸਬੈਂਡ ਨੇ, ਔਰ ਉਸੇ ਤਰੀਕੇ ਦੇ ਨਾਲ ਹੋਣਗੇ। ਪਰ ਇਹੋ ਜਿਹੀਆਂ ਗੱਲਾਂ ਤੋਂ ਟਲਿਆ ਜਾ ਸਕਦਾ ਹੁੰਦਾ ਕਿਉਂਕਿ ਹੋਰ ਵੀ ਤੁਹਾਡੇ ਕੋਲ ਬਹੁਤ ਬੰਦੇ ਨੇ, ਜੇਕਰ ਮਿਨਿਸਟਰੀ 'ਚ ਲਿਆਉਣੇ ਨੇ ਤਾਂ ਉਸ ਤਰੀਕੇ ਦੇ ਨਾਲ ਜਦੋਂ ਤੁਸੀਂ ਗੱਲ ਕਰਦੇ ਹੋ। ਅਤੇ ਇੱਕ ਅਗਲੀ ਗੱਲ, ਸਵਾਲ ਇਹ ਪੈਦਾ ਹੋ ਰਿਹਾ ਕਿ ਹੁਣ ਤੱਕ ਜਿਹੜੇ ਖੱਬੇ ਪੱਖੀ ਨੇ ਉਹ ਸਮੂਹਿਕ ਲੀਡਰਸ਼ਿਪ ਨੂੰ ਉਭਾਰਨ ਦੀ ਗੱਲ 'ਤੇ ਚੱਲਦੇ ਰਹੇ ਨੇ, ਪਰ ਹੁਣ ਜਿਹੜੇ ਚੀਫ ਮਿਨਿਸਟਰ ਨੇ ਇਹ ਪਨਿਆਰੀ ਵਿਜਯਨ, ਉਹ ਐਡਾ ਵੱਡਾ ਸਟਰੋਂਗ ਲੀਡਰ ਪੈਦਾ ਹੋ ਗਏ ਨੇ ਉਸ ਲੋਕਲ ਸਟੇਟ ਦੇ ਵਿੱਚ ਕਿ ਜਿਹੜੀ ਹਾਈ ਕਮਾਂਡ ਵੀ ਹੈ, ਪੋਲਿਟ ਬਿਊਰੋ ਵੀ ਹੈ ਜਾਂ ਬਾਕੀ ਦੇ ਲੋਕ ਨੇ, ਉਹ ਦਖਲ ਦੇਣ ਦੀ ਹੈਸੀਅਤ 'ਚ ਉਸ ਪੱਧਰ ਦੇ ਉੱਤੇ ਨਹੀਂ, ਕਿਉਂਕਿ ਇਹ ਇਲੈਕਸ਼ਨ ਉਹਦੀਆਂ ਟਰਮ ਜਿੱਤੇ ਤੇ ਉਹਦੇ ਚਿਹਰੇ ਦੇ ਐਂਗਲ ਤੋਂ ਜਿੱਤੀ ਗਈ ਹੈ ਉਸ ਪੱਧਰ ਦੇ ਉੱਤੇ। ਅਤੇ ਜੇ ਹੁਣ ਉਹਨੇ ਸਾਰੇ ਸੀਨੀਅਰ ਲੀਡਰ ਸਾਈਡ 'ਤੇ ਕਰਤੇ ਮੰਨ ਲਓ, ਤਾਂ ਅਗਲੇ ਵਾਰ ਜਿਹੜੀ ਲੀਡਰਸ਼ਿਪ ਉੱਭਰ ਨਹੀਂ ਹੁੰਦੀ ਹੈ। ਲੋਕ ਇਹ ਦਲੀਲ ਵੀ ਦਿੰਦੇ ਨੇ ਕਿ ਹੋ ਸਕਦਾ ਕਿਉਂਕਿ ਜਿਹੜੀ ਇਹ ਹੈਲਥ ਮਿਨਿਸਟਰ ਹੈ ਸ਼ੈਲਜਾ,
ਹੈਲਥ ਮਿਨਿਸਟਰ ਇੱਕ ਤਾਂ ਸਭ ਤੋਂ ਵੱਡੇ ਮਾਰਜਨ ਨਾਲ ਜਿੱਤ ਕੇ ਆਈ ਹੈ 60,000 ਤੋਂ ਵੋਟਾਂ ਦੇ ਮਾਰਜਨ ਨਾਲ ਜਿੱਤ ਕੇ ਆਈ ਹੈ। ਕੇਰਲਾ 'ਚ ਸਭ ਤੋਂ ਵੱਡਾ ਫਰਕ ਹੈ ਜੇਤੂ ਉਹਦੇ ਵਿੱਚ। ਦੂਜੀ ਉਹਦਾ ਕੱਦ ਬੜਾ ਵੱਡਾ ਬਣਦਾ ਜਾ ਰਿਹਾ ਹੈ ਇਸ ਗੱਲ 'ਤੇ, ਤਾਂ ਉਹ ਇੱਕ ਮੁਕਾਬਲੇ ਦੇ ਵਿੱਚ ਵੀ ਖੜੀ ਹੋਣ ਦੀ ਹੈਸੀਅਤ ਵਾਲੀ ਲੀਡਰ ਨਾ ਬਣ ਜੇ ਉਸ ਪੱਧਰ ਦੇ ਉੱਤੇ। ਅਤੇ ਇਸ ਦੇ ਨਾਲ ਦੀ ਨਾਲ ਇਹ ਵੀ ਹੈ ਕਿ ਉਹਦੇ ਵਿੱਚ ਫਿਰ ਅਗਲੀ ਚੀਫ ਮਿਨਿਸਟਰ ਦੇ ਤੌਰ 'ਤੇ ਵੀ ਉੱਭਰ ਸਕਦੀ ਸੀ ਉਹ, ਜੇਕਰ ਐਤਕੀ ਵੀ ਉਸ ਲੈਵਲ ਦੇ। ਇਹ ਕੰਟਰਾਡਿਕਸ਼ਨਾਂ ਨੂੰ ਵੀ ਲੋਕ ਸਵਾਲ ਦੇ ਤੌਰ 'ਤੇ ਜਿਹੜੇ ਦੇਖ ਰਹੇ ਨੇ ਉਸ ਪੱਧਰ ਦੇ ਉੱਤੇ। ਪਰ ਇਹਦੇ 'ਚ ਇੱਕ ਗੱਲ ਜ਼ਰੂਰ ਹੈ, ਉਹਨੇ ਸੈਲਜਾ ਨੇ ਵੀ ਖੁਦ ਕਿਹਾ ਕਿ ਅਸੀਂ ਸਾਰੇ ਪਾਰਟੀ ਦੇ ਵਰਕਰ ਹਾਂ, ਪਾਰਟੀ ਜਿੱਥੇ ਵੀ ਮੈਨੂੰ ਕੰਮ ਕਰਨਾ ਚਾਹੂਗੀ ਅਤੇ ਮੈਂ ਉਸ ਲੈਵਲ 'ਤੇ ਰਹੂੰਗਾ। ਇੰਨਾ ਕੁ ਫਰਕ ਇਸ ਪਾਰਟੀ ਦਾ ਅਤੇ ਦੂਜੀਆਂ ਪਾਰਟੀਆਂ ਦਾ ਇੱਕ ਦਿਖਾਈ ਦੇ ਰਿਹਾ। ਜਿਵੇਂ ਆਮ ਤੌਰ 'ਤੇ ਬਾਕੀ ਕਾਂਗਰਸ ਹੈ, ਬੀਜੇਪੀ ਜਾਂ ਬਾਕੀਆਂ ਦੇ ਵਿੱਚ ਜਿਸ ਤਰੀਕੇ ਦਾ ਰਾਮ ਰੌਲਾ ਪੈ ਰਿਹਾ ਬੜੀਆਂ ਪਾਰਟੀ ਹੋਰ ਛੋਟੀਆਂ ਖੇਤਰੀ ਪਾਰਟੀਆਂ 'ਚ ਤਾਂ ਸਾਰਿਆਂ 'ਚ ਹੈ ਕਿ ਮੈਨੂੰ ਨਹੀਂ ਬਣਾਇਆ ਅਤੇ ਮੈਂ ਛੱਡ ਕੇ ਜਾਂਦਾ, ਮੈਂ ਜਾਂ ਰੌਲਾ ਪਾਉਂਦਾ ਜਾਂ ਮੈਂ ਬਗਾਵਤ ਕਰਦਾ। ਉਹ ਗੱਲ ਤਾਂ ਨਹੀਂ ਮਤਲਬ ਦਿਖਾਈ ਦੇ, ਉਹ ਇੱਕ ਬਖਰੇਵਾਂ ਦਿਖਾਈ ਦੇ ਰਿਹਾ ਕਿ ਜਿਹਨੂੰ ਵੀ ਮਰਜ਼ੀ। ਪਰ ਜੇ ਇਹ ਅਸੂਲਨ ਤੌਰ 'ਤੇ ਦੇਸ਼ ਦੀ ਸਿਆਸਤ ਦੇ ਵਿੱਚ ਸਾਰੇ ਲੋਕ ਇਹ ਮੰਨ ਲੈਣ ਕਿ ਜਿਹੜਾ ਇੱਕ ਅਹੁਦੇ 'ਤੇ 2 ਟਰਮਾਂ ਤੱਕ ਰਹਿ ਗਿਆ ਉਹ ਮੁੜ ਕੇ ਨਹੀਂ ਬਣੇਗਾ ਜੀ, ਅਤੇ ਇਸੇ ਤਰੀਕੇ ਦੇ ਨਾਲ ਚਾਹੇ ਉਹ ਮੰਤਰੀ ਆ, ਚਾਹੇ ਉਹ MLA ਆ, ਚਾਹੇ ਉਹ ਬਾਕੀ ਜਿਹੜੀਆਂ ਚੀਜ਼ਾਂ ਨੇ, ਤਾਂ ਨਵਿਆਂ ਨੂੰ ਨਵੀਂ ਲੀਡਰਸ਼ਿਪ ਉਭਾਰਨ ਦਾ ਮੌਕਾ ਮਿਲੇਗਾ। ਪ੍ਰਿੰਸੀਪਲੀ ਇਹ ਗੱਲ ਮੇਰਾ ਖਿਆਲ ਹੈ ਵਾਜਬ ਗੱਲ ਮੰਨੀ ਜਾਏਗੀ। ਪਰ ਜੇ ਉਹ ਆਪਣੇ ਆਪ 'ਤੇ ਲਾਗੂ ਕਰਦੇ ਨੇ ਸਾਰੇ ਬੰਦੇ, ਜਿਹੜੇ ਬੰਦੇ ਲੀਡਰ ਨੇ, ਅਤੇ ਉਹ ਖੁਦ ਤੋਂ ਸ਼ੁਰੂ ਕਰਦੇ ਨੇ ਜੀ, ਤਾਂ ਉਸ ਪੱਖ ਦੇ ਵਿੱਚੋਂ। ਇਸ ਲਈ ਇਹ ਵੀ ਨਹੀਂ ਹੈ ਕਿ ਇੱਕ ਜੇਕਰ ਕੋਈ ਤੁਹਾਡੇ ਕੋਲ ਕੇਵਲ ਇਸ ਗੱਲ ਕਰਕੇ ਲੋਕ ਸਵਾਲ ਉਠਾ ਰਹੇ ਨੇ ਕਿ ਕੋਵਿਡ ਅਜੇ ਜਾਰੀ ਹੈ, ਕੋਵਿਡ ਇੱਕ ਪਹਿਲਾ ਸੀ, ਹੁਣ ਦੂਜਾ ਉਹਦਾ ਸਟੇਜ ਹੈ, ਅਤੇ ਇਹਦੇ 'ਚ ਇੱਕ ਲਗਾਤਾਰਤਾ ਦੀ ਕਈ ਵਾਰ ਲੋੜ ਹੁੰਦੀ ਹੈ। ਲਗਾਤਾਰਤਾ ਦੀ ਲੋੜ ਹੁੰਦੀ ਹੈ ਤਾਂ ਕਿ ਇੱਕ ਲੀਡਰਸ਼ਿਪ ਉਸ ਲੈਵਲ ਦੀ ਚੱਲਦੀ ਜਾਵੇ ਕਿ ਉਦੋਂ ਬਾਅਦ ਚਾਹੇ ਕਿਸੇ ਨੂੰ ਤੁਸੀਂ ਬਦਲ ਸਕਦੇ ਸੀ ਵਿੱਚ ਜਾ ਕੇ ਵੀ, ਜੇਕਰ ਕੋਈ ਇਸ ਲੈਵਲ ਦੀ ਗੱਲ ਆਉਂਦੀ। ਪਰ ਇਹ ਸਵਾਲ ਖੜ੍ਹੇ ਹੋਣੇ ਚੰਗੀ ਗੱਲ ਹੈ। ਮੈਨੂੰ ਲੱਗਦਾ ਸਿਆਸਤ 'ਤੇ ਸਵਾਲ ਹੋਣੇ ਚਾਹੀਦੇ ਨੇ। ਕੁਝ ਚੰਗੀਆਂ ਗੱਲਾਂ ਵੀ ਉਸ ਡਿਬੇਟ 'ਚੋਂ ਸਾਹਮਣੇ ਆਉਂਦੀਆਂ ਨੇ, ਕੁਝ ਜਿਹੜੀਆਂ ਗੱਲਾਂ ਇਸ ਲੈਵਲ ਦੀਆਂ ਵੀ ਸਾਹਮਣੇ ਆਉਂਦੀਆਂ ਨੇ ਜਿਹੜੀਆਂ ਨਹੀਂ ਠੀਕ ਹੁੰਦੀਆਂ ਸਿਆਸਤ ਦੇ ਵਾਸਤੇ। ਔਰ ਇਸ ਫੈਸਲੇ ਨੇ ਇੱਕ ਨਵੇਂ ਟਾਈਪ ਦਾ ਘੱਟੋ ਘੱਟ ਇੱਕ ਵਿਵਾਦ, ਇੱਕ ਗੱਲਬਾਤ ਜ਼ਰੂਰ ਸ਼ੁਰੂ ਕੀਤੀ ਹੈ ਜੀ। ਹਮੀਰ ਸਿੰਘ ਜੀ, ਜਿਵੇਂ ਤੁਸੀਂ ਦੱਸਿਆ, ਇਸ ਤੋਂ ਇੰਜ ਨਹੀਂ ਲੱਗਦਾ ਵੀ ਕਿ ਖੱਬੇ ਪੱਖੀ ਪਾਰਟੀਆਂ ਹੋਣ ਚਾਹੇ ਸਰਕਾਰਾਂ, ਉਹਨਾਂ ਦੀ ਨੀਤੀਆਂ ਦੇ ਵਿੱਚ ਕਿੱਥੇ ਤਬਦੀਲੀ ਦੇ ਸੰਕੇਤ ਦਿਖ ਰਹੇ ਨੇ? ਬਿਲਕੁਲ, ਨੀਤੀ ਦੇ ਤੌਰ 'ਤੇ ਤਾਂ ਦੇਖੋ ਖੱਬੇ ਪੱਖੀਆਂ ਦਾ ਸਵਾਲ ਇਹ ਹੈ ਕਿ ਬਾਕੀ ਜਗ੍ਹਾ ਦੇ ਵਿੱਚ ਲਗਾਤਾਰ ਡਾਊਨ ਪੋਜੀਸ਼ਨ ਨੇ। ਪੱਛਮੀ ਬੰਗਾਲ ਦੇ ਵਿੱਚ ਕੇਵਲ 6% ਦੇ ਨੇੜੇ ਤੇੜੇ ਵੋਟਾਂ ਰਹਿ ਗਈਆਂ ਨੇ, ਜਿੱਥੇ 34 ਸਾਲ ਰਾਜ ਕੀਤਾ, ਪਿਛਲੇ 15 ਸਾਲਾਂ ਦੇ ਦੌਰਾਨ ਇਸ ਲੈਵਲ 'ਤੇ ਨੀਚੇ ਮਤਲਬ ਚਲਾ ਗਿਆ। ਔਰ ਬਾਕੀ ਜਗ੍ਹਾ ਵੀ ਕੋਈ ਬਹੁਤ ਵੱਡਾ ਅਜੇ ਇਸ ਲੈਵਲ ਦੀ ਗੱਲ ਨਹੀਂ ਦਿਖਾਈ ਦੇ ਰਹੀ ਕਿਤੇ ਉਭਾਰ ਹੈ। ਕੇਰਲਾ ਹੈ ਜਿੱਥੇ ਉਹਨਾਂ ਨੇ ਆਪਣੇ ਲੈਵਲ 'ਤੇ, ਅਤੇ ਕੇਰਲਾ ਦੇ ਇਹਦੇ 'ਚ ਨਜ਼ਰ ਇਹ ਆ ਰਿਹਾ ਕਿ ਜਿਹੜੀ ਉੱਪਰਲੀ ਲੀਡਰਸ਼ਿਪ ਦਾ ਇੱਕ ਸਟਰੋਂਗ ਲੀਡਰਸ਼ਿਪ ਦਾ ਇੱਕ ਸਿਸਟਮ ਸੀਗਾ, ਉਹਦੇ 'ਤੇ ਅਸਰ ਪੈ ਰਿਹਾ। ਰੀਜਨਲ ਲੀਡਰ ਹੀ ਆਪੋ ਆਪਣੇ ਤਰੀਕੇ ਨਾਲ ਜਿਵੇਂ ਅਮਰਜ ਹੋ ਰਿਹਾ, ਅਤੇ ਉਹ ਰੀਜਨਲ ਲੀਡਰ ਆਪਣੇ ਕੇਰਲਾ ਦੇ ਵਿੱਚ ਦਿਖਾਈ ਦੇ ਰਹੇ। ਔਰ ਜਿਹੜੇ ਇੱਕ ਇਹ ਵੀ ਜਿਹੜੀ ਗੱਲ ਸੀ ਕਿ ਮਤਲਬ ਖੱਬੇ ਪੱਖੀਆਂ ਦੇ ਵਿੱਚ, ਖੱਬੇ ਪੱਖੀ ਸਿਆਸਤ ਦੇ ਵਿੱਚ, ਕਿ ਸਾਡਾ ਸਿਧਾਂਤ ਅਤੇ ਪਾਰਟੀ ਸਭ ਤੋਂ ਉੱਪਰ ਹੈ, ਅਸੀਂ ਨਿੱਜੀ ਤੌਰ 'ਤੇ ਬੰਦੇ ਨੂੰ ਕਲਟ ਦੇ ਤੌਰ 'ਤੇ ਨਹੀਂ ਉਭਾਰਾਂਗੇ, ਕੋਈ ਬੰਦਾ ਡੋਮੀਨੇਟ ਨਹੀਂ ਕਰੇਗਾ ਇੱਕ ਦੇ ਤੌਰ 'ਤੇ। ਅਤੇ ਇੱਥੇ ਨਜ਼ਰ ਆ ਰਿਹਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਕਿ ਵਿਜਯਾਨੀ ਐਜ ਏ ਚੀਫ ਮਿਨਿਸਟਰ ਅਤੇ ਐਜ ਏ ਲੀਡਰ ਜਿਵੇਂ ਕਲਟ ਦੇ ਤੌਰ 'ਤੇ ਉੱਭਰ ਰਿਹਾ ਹੁੰਦਾ ਕਿ ਦੂਜੀਆਂ ਸਾਰੀਆਂ ਧਿਰਾਂ ਨੂੰ ਸਾਈਡ 'ਤੇ ਛੱਡ ਕੇ ਉਸ ਪੱਧਰ ਦੀਆਂ ਉੱਤੇ ਗੱਲਾਂ ਕੀਤੀਆਂ ਜਾ ਰਹੀਆਂ ਨੇ। ਔਰ ਇਹ ਸਾਰੀਆਂ ਗੱਲਾਂ ਉਸ ਪਾਸੇ ਵੱਲ ਦਿਖਾਈ ਤਾਂ ਦੇ ਰਹੀਆਂ ਨੇ। ਬਿਨਾਂ ਸ਼ੱਕ ਇਹ ਗੱਲ ਵੀ ਬੜੇ ਦੇਰ ਤੋਂ ਲੋਕ ਉਠਾਉਂਦੇ ਆ ਰਹੇ ਨੇ ਕਿ ਖੱਬੇ ਪੱਖੀ ਜਿਹੜੀ ਵਿਚਾਰਧਾਰਾ ਹੈ ਜਾਂ ਖੱਬੇ ਪੱਖੀ ਵਿਚਾਰਧਾਰਾ ਅਪਣਾਈਆਂ ਪਾਰਟੀਆਂ ਨੇ, ਮੌਜੂਦਾ ਹਾਲਾਤ ਦੇ ਮੁਤਾਬਕ ਉਹਨਾਂ ਨੂੰ ਕੁਝ ਲਚਕ ਦਿਖਾਉਣੀ ਵੀ ਪਏਗੀ ਬਾਕੀ ਮਾਮਲਿਆਂ ਦੇ ਵਿੱਚ, ਤਾਂ ਕਿ ਕੁਝ ਲੋਕ ਨਵੇਂ ਉੱਭਰ ਸਕਣ, ਨਵੇਂ ਮੁੱਦੇ, ਨਵੀਆਂ ਤਰੀਕਾ। ਜਿਹੜਾ ਲਕੀਰ ਦਾ ਫਕੀਰ ਵਾਲਾ ਜਿਹੜਾ ਇੱਕ ਸਵਾਲ ਹੈ, ਕੱਟੜਵਾਦ ਜਿਹੜਾ ਹੁੰਦਾ ਕਿਸੇ ਵੀ ਮਾਮਲੇ, ਸਟੈਗਨੇਸ਼ਨ ਹੈ, ਸਥਿਰਤਾ ਹੈ, ਉਹ ਸਿਆਸਤ ਦੇ ਵਿੱਚ ਤੁਹਾਨੂੰ ਅੱਗੇ ਵਧਣ ਤੋਂ ਹਮੇਸ਼ਾ ਰੋਕਦੀ ਹੈ। ਔਰ ਜੇ ਮੌਜੂਦਾ ਡੈਮੋਕ੍ਰੇਸੀ ਦੇ ਵਿੱਚ, ਜੇ ਡੈਮੋਕ੍ਰੇਟਿਕ ਐਟੀਚਿਊਡ ਦੇ ਵਿੱਚ ਕਿਸ ਲੈਵਲ ਦੇ ਤੁਸੀਂ ਪ੍ਰੋਗਰਾਮ ਲਿਆਉਂਦੇ ਹੋ ਨਵੇਂ, ਜਿਵੇਂ ਕਈ ਦੇਸ਼ਾਂ ਲਾਤੀਨੀ ਅਮਰੀਕਾ ਦੇ ਵਿੱਚ ਜਿਹੜਾ ਉਹ ਕਹਿੰਦੇ ਸੀ ਕਿ ਅਲਟਰਨੇਟਿਵ ਨਵੇਂ ਯੁੱਗ ਦਾ ਸੋਸ਼ਲਿਜ਼ਮ ਹੈ, ਨਵੇਂ ਯੁੱਗ ਦਾ ਜਿਹੜਾ ਸਮਾਜਵਾਦੀ ਅਸੀਂ ਦੌਰ ਉਹ ਕਰ ਰਹੇ ਹਾਂ, ਔਰ ਉਹ ਕਿੰਨੀਆਂ ਚੀਜ਼ਾਂ ਬਦਲ ਰਹੇ ਹਾਂ, ਪਾਲਿਸੀਜ਼ ਦੇ ਲੈਵਲ ਦੇ ਉੱਤੇ ਵੀ ਬਦਲ ਰਹੇ ਹਾਂ। ਉਸ ਪਾਸੇ ਸਾਡੇ ਦੇਸ਼ ਦੀ ਜਿਹੜੀ ਖੱਬੇ ਪੱਖੀ ਧਿਰ ਹੈ ਉਹਨੂੰ ਵੀ ਸ਼ਾਇਦ ਸੋਚ ਕੇ ਵਿਚਾਰ ਚਰਚਾ ਕਰਕੇ ਕੁਝ ਨਵਾਂਪਣ, ਨਿਆਰਾਪਣ ਲਿਆਉਣਾ ਪਏਗਾ, ਜਿਹਦੇ ਨਾਲ ਲੋਕਾਂ ਦੀ ਆਕਰਸ਼ਣ ਬਣੇ ਅਤੇ ਲੋਕਾਂ ਦੇ ਵਿੱਚ ਜਾ ਕੇ ਇੱਕ ਕ੍ਰੈਡੀਬਿਲਿਟੀ ਦੁਬਾਰਾ ਤੋਂ ਸਥਾਪਿਤ ਹੋਵੇ। ਜੀ,
ਹਮੀਰ ਸਿੰਘ ਜੀ, ਇਹ ਤਾਂ ਖੱਬੇ ਪੱਖੀ ਪਾਰਟੀਆਂ ਦੀ ਗੱਲ ਸੀ। ਜੇਕਰ ਗੱਲ ਕਰੀਏ ਦੇਸ਼ ਦੀ ਹੋਰਨਾਂ ਸਿਆਸੀ ਪਾਰਟੀਆਂ ਦੀ, ਉਹਨਾਂ ਦੇ ਮੌਜੂਦਾ ਹਾਲਾਤ ਕੀ ਨੇ, ਇਹਦੇ ਨਾਲ ਹੀ ਅਸੀਂ ਜਾਣਨਾ ਚਾਹਾਂਗੇ ਵੀ ਕਿ ਪੰਜਾਬ ਕਾਂਗਰਸ ਦੇ ਵਿੱਚ ਜਿਹੜਾ ਟਕਰਾਅ ਸ਼ੁਰੂ ਹੋਇਆ ਸੀ ਉਹ ਵੱਧਦਾ ਜਾ ਰਿਹਾ। ਉਸ ਨੂੰ ਲੈ ਕੇ ਜਿਹੜਾ ਹੈ ਕੌਮੀ ਪੱਧਰ ਦੇ ਜਿਹੜੀ ਕਾਂਗਰਸ ਕਮੇਟੀ ਹੈ ਉਹ ਵੀ ਹੁਣ ਕੁਝ ਗੰਭੀਰ ਹੁੰਦੀ ਦਿਖਾਈ ਦੇ ਰਹੀ ਹੈ। ਇਸ ਨੂੰ ਤੁਸੀਂ ਕਿਵੇਂ ਦੇਖਦੇ ਹੋ? ਦੇਸ਼ ਦੇ ਵਿੱਚ ਜਿਹੜਾ ਸੈਂਟਰਲਾਈਜੇਸ਼ਨ ਬੀਜੇਪੀ ਦੇ ਨਾਲ ਆਈ ਸੀ ਉਹਦੇ ਤੋਂ ਤਾਂ ਟੁੱਟ ਰਿਹਾ, ਪਰ ਜਿੰਨੀਆਂ ਖੇਤਰੀ ਪਾਰਟੀਆਂ ਵੀ ਸਾਡੇ ਸਾਹਮਣੇ ਨੇ, ਖੇਤਰੀ ਪਾਰਟੀਆਂ ਦੇ ਉੱਤੇ ਪਰਿਵਾਰਕ ਕਬਜ਼ਾ ਜਾਂ ਨਿੱਜੀ ਬੰਦੇ ਦਾ ਕਬਜ਼ੇ ਦੇ ਤੌਰ ਤੇ ਹੈ। ਜਮਹੂਰੀਅਤ ਉਹਨਾਂ 'ਚ ਵੀ ਨਹੀਂ ਵਿਕਸਿਤ ਹੋ ਰਹੀ, ਵੱਖ-ਵੱਖ ਪਾਰਟੀਆਂ ਦੇ ਵਿੱਚ ਵੀ। ਇਹ ਇੱਕ ਡੈਮੋਕ੍ਰੇਸੀ ਬਾਰੇ ਕੋਈ ਚੰਗਾ ਰੁਝਾਨ ਨਹੀਂ। ਜਿਹੜਾ ਫੈਡਰਲਿਜ਼ਮ ਦਾ ਐਂਗਲ ਆ ਉਹ ਚੰਗਾ ਰੁਝਾਨ ਹੈ ਜੀ। ਤੇ ਔਰ ਜਿਵੇਂ ਜਿਹੜਾ ਅਸਰਟ ਕਰਨਾ ਕੇਂਦਰ ਦੇ ਖਿਲਾਫ, ਜਿਵੇਂ ਕੱਲ੍ਹ ਹੀ ਤਾਮਿਲਨਾਡੂ ਦਾ ਜਿਹੜੇ ਮਿਨਿਸਟਰ ਹੈ ਉਹ ਐਜੂਕੇਸ਼ਨ ਪਾਲਿਸੀ ਤੇ ਜਿਹੜੀ ਮੀਟਿੰਗ ਹੋਣੀ ਸੀ ਉਹਦਾ ਹਿੱਸਾ ਨਹੀਂ ਬਣਦੇ। ਉਹ ਇਸ ਕਰਕੇ ਨਹੀਂ ਬਣੇ ਕਿ ਜਿਹੜੀ ਸਾਡੀ ਸਰਕਾਰ ਵੱਲੋਂ ਤੁਹਾਡੇ ਤੇ ਉਠਾਏ ਗਏ ਇਸ ਪਾਲਿਸੀ ਦੇ ਉੱਤੇ ਇਤਰਾਜ਼ ਨੇ ਉਹਨਾਂ ਨੂੰ ਤੁਸੀਂ ਐਡਰੈਸ ਨਹੀਂ ਕੀਤਾ। ਤੁਸੀਂ ਕਿਸੇ ਵਿੰਗੇ ਟੇਢੇ ਢੰਗ ਨਾਲ ਹਿੰਦੀ ਨੂੰ ਸਾਡੇ ਤੇ ਥੋਪਣਾ ਚਾਹੁੰਦੇ ਹੋ ਜਾਂ ਕੁਝ ਹੋਰ ਸਵਾਲ ਨੇ, ਇਸ ਕਰਕੇ ਅਸੀਂ ਨਹੀਂ ਬਣਾਂਗੇ। ਇਹਦਾ ਮਤਲਬ ਉਹ ਆਪਣੇ ਰਾਜ ਦੇ ਮੁਤਾਬਕ ਅਸਰਟ ਕਰ ਰਹੇ ਨੇ। ਇਸੇ ਤਰ੍ਹਾਂ ਕਲਕੱਤੇ ਦੇ ਵਿੱਚ ਜਾਂ ਬਾਕੀ ਬੰਗਾਲ ਦੇ ਵਿੱਚ ਮਮਤਾ ਬੈਨਰਜੀ ਆਪਣੇ ਢੰਗ ਨਾਲ ਅਸਰਟ ਕਰ ਰਹੇ। ਉਹ ਜਿਹੜਾ ਇੱਕ ਅਲੱਗ-ਅਲੱਗ ਟਾਈਪ ਦਾ ਦਾਅਵੇਦਾਰੀ ਹੁੰਦੀ ਹੈ ਆਪਣੇ ਹੱਕ ਦੇ ਵਾਸਤੇ, ਇਹ ਇੱਕ ਚੰਗਾ ਸ਼ਗਨ ਹੈ ਇਸ ਸਿਆਸਤ ਦੇ ਵਿੱਚ ਕੇਂਦਰੀਕਰਨ ਦੇ ਖਿਲਾਫ। ਪਰ ਆਪਣੀਆਂ ਉਹਨਾਂ ਹੀ ਪਾਰਟੀਆਂ ਦੇ ਵਿੱਚ ਪਰਿਵਾਰਵਾਦ ਤੇ ਕੁਝ ਖਾਸ ਇੱਕਾ ਦੁੱਕਾ ਲੀਡਰ ਹੀ ਸਟਰੋਂਗ ਹੋਣ, ਉਹਨਾਂ ਦੇ ਅੰਦਰ ਡੈਮੋਕ੍ਰੇਸੀ ਤੇ ਨਾ ਸਟਰੋਂਗ ਹੋਵੇ, ਨਾ ਤਾਕਤਵਰ ਹੋਵੇ ਜਿਹੜੀ ਜਮਹੂਰੀਅਤ ਹੈ, ਇਹ ਉਹਦਾ ਕਮਜ਼ੋਰ ਪੱਖ ਵੀ ਹੈ ਉਸ ਪੱਧਰ ਦੇ ਉੱਤੇ। ਕਾਂਗਰਸ ਜਿਹੜੀ ਨੈਸ਼ਨਲ ਪਾਰਟੀ ਸੀ, ਕਾਂਗਰਸ ਦੇ ਵਿੱਚ ਵੀ ਸਾਰੇ ਹੁਣ ਆਪਣਾ ਦਫੜੀ ਵਾਲਾ ਮਾਹੌਲ ਦਿਖਾਈ ਦੇ ਰਿਹਾ ਕਿਉਂਕਿ ਉਹਦੀ ਹਾਈ ਕਮਾਂਡ ਬਿਲਕੁਲ ਕਮਜ਼ੋਰ ਹੋ ਗਈ। ਇੰਨੀਆਂ ਚੋਣਾਂ ਹਾਰ ਕੇ ਲਗਾਤਾਰ ਉਹਦੇ 'ਤੇ ਲਗਾਤਾਰ ਸਵਾਲ ਉੱਠ ਰਹੇ ਨੇ ਕਿ ਇੱਕ ਲਗਾਤਾਰ ਪ੍ਰਧਾਨ ਮੰਤਰੀ ਚਾਹੀਦਾ ਪਾਰਟੀ ਦਾ, ਜਿਹੜਾ ਰੋਜ਼ ਸਿਆਸਤ ਕਰ ਸਕੇ, ਜਿਹੜਾ ਰੋਜ਼ ਲੋਕਾਂ 'ਚ ਜਾ ਸਕੇ। ਉਹਨਾਂ ਕੋਲ ਰਾਹੁਲ ਗਾਂਧੀ ਨੇ ਜਦੋਂ ਤੋਂ ਅਸਤੀਫਾ ਦਿੱਤਾ, ਸੋਨੀਆ ਗਾਂਧੀ ਕਾਰਜਕਾਰੀ ਪ੍ਰਧਾਨ ਹੈ, ਪਰ ਕਰੋਨਾ ਦੇ ਆੜ ਦੇ ਵਿੱਚ ਉਹਨਾਂ ਨੇ ਵੀ ਅੱਗੇ ਪਾਤੀ ਹੈ ਕਿ ਉਹ ਨਵੀਂ ਲੀਡਰਸ਼ਿਪ ਸਾਹਮਣੇ ਲਿਆਉਣ ਦੇ ਤੋਂ ਸ਼ਾਇਦ ਮਤਲਬ ਇਨਕਾਰੀ ਨੇ। ਇਸੇ ਕਰਕੇ ਜਦੋਂ ਲੀਡਰਸ਼ਿਪ ਉੱਥੇ ਵੀ ਨਹੀਂ ਹੈ ਤੇ ਇੱਥੇ ਪੰਜਾਬ ਦੇ ਵਿੱਚ ਵੀ ਕਾਟੋ ਕਲੇਸ਼ ਜਿਹੜਾ ਉਹ ਤੇਜ਼ ਹੋ ਰਿਹਾ ਤੇ ਉਹ ਅਜੇ ਥੰਮਣ ਦਾ ਨਾਂ ਨਹੀਂ ਰਹਿ ਰਿਹਾ। ਉੱਪਰੋਂ ਥੋੜ੍ਹਾ ਬਹੁਤ ਦਖਲ ਤਾਂ ਦਿੱਤਾ ਜਿਹੜਾ ਹਰੀਸ਼ ਰਾਵਤ ਆਇਆ ਕਿ ਅਸੀਂ 2-3 ਦਿਨਾਂ ਦੇ ਵਿੱਚ ਗੱਲ ਕਰ ਰਹੇ ਹਾਂ ਕਿਵੇਂ ਨਾ ਕਿਵੇਂ ਸੁਧਾਰਾਂਗੇ, ਜੇ ਕਰਾਂਗੇ ਉਹ ਕਰਾਂਗੇ, ਪਰ ਅਜੇ ਤੱਕ ਜਿਹੜਾ ਇਹ ਸਾਰੇ ਦਾ ਸਾਰਾ ਅੰਦਰੂਨੀ ਬਖੇੜਾ ਹੈ, ਉਹ ਅੰਦਰੂਨੀ ਬਖੇੜਾ ਇੱਕ ਗੱਲ ਸਾਬਤ ਕਰਦਾ ਕਿ ਪੰਜਾਬ ਦੇ ਜਿਹੜੇ ਰੀਅਲ ਇਸ਼ੂ ਨੇ, ਜਿਹੜਾ ਕਰੋਨਾ ਦਾ ਮਾਮਲਾ ਹੈ, ਜਿਹੜਾ ਕਿਸਾਨ ਅੰਦੋਲਨ ਦਾ ਮਾਮਲਾ ਹੈ, ਜਿਹੜੇ ਵੱਖ-ਵੱਖ ਮੁੱਦੇ ਨੇ, ਉਹਨਾਂ ਤੋਂ ਧਿਆਨ ਜ਼ਰੂਰ ਹਟਾ ਰਿਹਾ ਹੈ। ਸਾਰੀ ਪਾਰਟੀਆਂ ਉਹਦੇ 'ਚ ਹੀ ਲੱਗੀਆਂ ਹੋਈਆਂ ਨੇ ਇਕੱਲੀਆਂ ਉਸੇ ਮਾਮਲੇ ਦੇ ਵਿੱਚ, ਔਰ ਉਹਨਾਂ ਪਾਰਟੀਆਂ ਦਾ ਰੋਲ ਵੀ ਤੇ ਅਕਾਲੀ ਦਲ ਵੀ, ਆਪ ਵੀ, ਇਹ ਸਾਰੇ ਉਹਦੇ 'ਚ ਲੱਗ ਗਏ ਨੇ ਹੁਣ। ਤੇ ਪੰਜਾਬ ਦੇ ਵਿੱਚ ਤਾਂ ਨਹੀਂ, ਹਰਿਆਣੇ ਦੇ ਵਿੱਚ ਖੱਟਰ ਦਾ ਵਿਰੋਧ ਕਰਦੇ ਕਿਸਾਨ ਅੰਦੋਲਨ ਦੁਆਰਾ ਸਾਹਮਣੇ ਆਏ ਹੈ, ਔਰ ਕੱਲ੍ਹ ਤੋਮਰ ਦਾ ਵਿਰੋਧ ਕਰਦੇ ਹੋਏ ਉਹਦੇ ਆਪਦੇ ਸਟੇਟ ਮੱਧ ਪ੍ਰਦੇਸ਼ ਦੇ ਵਿੱਚ ਕਿਸਾਨਾਂ ਨੇ ਉਹਨੂੰ ਘੇਰਿਆ, ਤਾਂ ਉਹ ਇੱਕ ਖਬਰ ਉਸ ਰੂਪ 'ਚ ਸਾਹਮਣੇ ਆਈ ਹੈ। ਪਰ ਪੰਜਾਬ ਦੇ ਵਿੱਚੋਂ ਜਿਸ ਕਿਸਮ ਦੀਆਂ ਪੋਲੀਟੀਕਲ ਖਬਰਾਂ ਇੱਧਰ ਕਿਸਾਨ ਅੰਦੋਲਨ ਨਾਲ ਜੁੜਦੀਆਂ ਸੀ, ਉਹਦੇ 'ਤੇ ਅਸਰ ਪੈਂਦਾ ਦਿਖਾਈ ਦੇ ਰਿਹਾ ਇਹਨਾਂ ਦੇ ਕਾਟੋ ਕਲੇਸ਼ ਦੇ ਨਾਲ। ਹਮੀਰ ਸਿੰਘ ਜੀ, ਇੱਕ ਹੁਣ ਵੱਡੀ ਗੱਲ ਇਹ ਵੀ ਆ ਰਹੀ ਹੈ ਵੀ ਕੇਂਦਰ ਸਰਕਾਰ ਦਾ ਚਾਹੇ ਮਮਤਾ ਬੈਨਰਜੀ ਨਾਲ ਹੈ, ਚਾਹੇ ਅਰਵਿੰਦ ਕੇਜਰੀਵਾਲ ਨਾਲ ਹੈ, ਟਕਰਾਅ ਵੱਧਦਾ ਜਾ ਰਿਹਾ। ਅਸੀਂ ਜਾਣਨਾ ਚਾਹਾਂਗੇ ਇਸ ਟਕਰਾਅ ਦੇ ਕਾਰਨ ਕੀ ਨੇ ਤੇ ਹੁਣ ਮੌਜੂਦਾ ਹਾਲਾਤ ਕੀ ਨੇ? ਕੇਂਦਰ ਤਾਂ ਸ਼ੁਰੂ ਤੋਂ ਹੀ ਇੱਕ ਜਿਵੇਂ ਪੱਛਮੀ ਬੰਗਾਲ 'ਚ ਤਾਂ ਉਹ ਹਾਰ ਮੰਨਣ ਲਈ ਤਿਆਰ ਨਹੀਂ, ਜਿਵੇਂ ਪੈਰਲਲ ਗਵਰਨਮੈਂਟ ਚਲਾ ਰਹੀ ਹੈ ਗਵਰਨਰ ਦੇ ਰਾਹੀਂ। ਹੁਣ CBI ਨੇ ਜਿਹੜੀ ਪਟੀਸ਼ਨ ਫਾਈਲ ਕੀਤੀ ਹੈ ਕਲਕੱਤਾ ਹਾਈ ਕੋਰਟ ਦੇ ਵਿੱਚ, ਉੱਥੇ ਚੀਫ ਮਿਨਿਸਟਰ ਨੂੰ ਵੀ ਪਾਰਟੀ ਬਣਾਇਆ ਤੇ ਕਾਨੂੰਨ ਮੰਤਰੀ ਨੂੰ ਵੀ ਪਾਰਟੀ ਬਣਾਇਆ। ਉਹ ਕਹਿੰਦੇ ਨੇ ਵੀ ਇਹ ਆਤੰਕ ਫੈਲਾ ਰਹੇ ਨੇ, ਟੈਰਰਾਈਜ਼ ਕਰ ਰਹੇ ਨੇ, ਡਰ ਦਾ ਵਾਤਾਵਰਨ ਪੈਦਾ ਕਰ ਰਹੇ ਨੇ, ਇਸ ਕਰਕੇ CBI ਇੱਥੇ ਰੱਖ ਕੇ ਕੇਸ ਇਹਦੇ 'ਚ ਹੱਲ ਨਹੀਂ ਕਰ ਸਕਦੀ, ਇਸ ਲਈ ਕਿਤੇ ਬਾਹਰ ਦੇ ਸੂਬੇ ਦੇ ਵਿੱਚ ਜਾਂ ਬਾਹਰ ਸ਼ਿਫਟ ਕੀਤਾ ਜਾਏ, ਬਾਹਰ ਤਬਦੀਲ ਕੀਤਾ ਜਾਏ। ਇੱਕ ਤਰੀਕਾ ਤਾਂ ਇਹ ਹੁੰਦਾ ਕਿ ਹਾਈ ਕੋਰਟ ਇਸ ਲਈ ਜਾਵੇ ਕਿ ਹਾਈ ਕੋਰਟ ਡਾਇਰੈਕਟ ਉਹਦੀ ਸੁਪਰਵਿਜ਼ਨ ਕਰੇ ਤੇ ਇੱਥੇ ਸਾਨੂੰ ਕਰਨ ਦਾ ਮੌਕਾ ਦੇਵੇ। ਤੇ ਦੂਜੇ ਪਾਸੇ ਤੁਸੀਂ ਚੀਫ ਮਿਨਿਸਟਰ ਤੇ ਇਹ ਇੱਕ ਐਲੀਗੇਸ਼ਨ ਲਾ ਰਹੇ ਹੋ, CBI ਇਸ ਪਾਸੇ ਵੱਲ ਜਾ ਰਹੀ ਹੈ। ਔਰ ਕੁਐਸਚਨ ਕੇਵਲ ਇਹੀ ਹੁੰਦਾ ਕਿ ਲਾ ਐਂਡ ਆਰਡਰ ਦਾ ਜਾਂ ਬਾਕੀ ਦੇ ਮੁੱਦੇ, ਉਹ ਇੱਕ ਸਵਾਲ ਉਠਾ ਰਹੇ ਸੀ ਜਿਹੜੇ ਸਵਾਲ ਦਾ ਜਵਾਬ CBI ਨਹੀਂ ਦੇ ਰਹੇ। ਉਹ ਸਵਾਲ ਉਠਾ ਰਹੇ ਸੀ ਕਿ ਇੱਕ ਨਾਰ ਦਾ ਕੇਸ ਹੈ, ਉਸ ਕੇਸ ਦੇ ਵਿੱਚ 2 ਹੋਰ ਬੰਦੇ ਵੀ ਨੇ ਬੜੇ ਵੱਡੇ ਤੇ ਜਿਹੜੇ ਬੰਦੇ TV ਵੀਡੀਓ ਦੇ ਵਿੱਚ ਦਿਖਾਈ ਦੇ ਰਹੇ ਨੇ ਪੈਸੇ ਲੈਂਦੇ ਹੋਏ, ਉਹ ਸਵੈੰਦੂ ਅਧਿਕਾਰੀ ਹੈ ਜਿਹੜਾ ਹੁਣ BJP ਦਾ ਬੰਗਾਲ ਦੀ ਅਸੈਂਬਲੀ ਦੇ ਵਿੱਚ ਵਿਰੋਧੀ ਧਿਰ ਦਾ ਆਗੂ ਹੈ, ਤੇ ਦੂਜਾ ਬੰਦਾ ਵੀ ਜਿਹੜਾ ਮੁਕੁਲ ਰਾਏ ਹੈ ਉਹ ਵੀ MLA ਬਣਿਆ। ਤੇ ਹੁਣ ਉਹਦਾ ਐਲੀਗੇਸ਼ਨ, ਉਹ ਇਹ ਕਹਿ ਰਹੇ ਨੇ ਕਿ ਕਿਉਂਕਿ ਇਹ ਦੋਨੋਂ ਉਦੋਂ ਮੈਂਬਰ ਪਾਰਲੀਮੈਂਟ ਸੀ
ਜੀ ਇੱਕ ਲੋਕ ਸਭਾ ਦੇ ਵਿੱਚ ਸੀ, ਇੱਕ ਰਾਜ ਸਭਾ ਦੇ ਵਿੱਚ ਸੀ। ਉੱਥੋਂ ਪਰਮਿਸ਼ਨ ਲੈਣੀ ਹੈ ਤੇ ਉਹ ਪਰਮਿਸ਼ਨ ਨਹੀਂ ਮਿਲੀ, ਇਸ ਕਰਕੇ ਉਹਨਾਂ ਦੀ ਗ੍ਰਿਫਤਾਰੀ ਜਾਂ ਉਹਨਾਂ ਵਾਲੇ ਅਸੀਂ ਪਾਸੇ ਨਹੀਂ ਚੱਲੇ। ਤਾਂ ਫਿਰ ਹਾਈ ਕੋਰਟ ਦੇ ਵਿੱਚ ਇਹ ਵੀ ਤਾਂ ਰੱਖਣਾ ਚਾਹੀਦਾ। ਹਾਈ ਕੋਰਟ ਇਹ ਨਹੀਂ ਕਹੂਗੀ ਕਿ ਗਵਰਨਰ ਮਤਲਬ ਉਹ ਕਿਉਂ ਨਹੀਂ ਦੇ ਰਹੇ। ਬਿਲਕੁਲ ਇਹਦਾ ਮਤਲਬ ਬੀਜੇਪੀ ਨਹੀਂ ਦੇਣ ਦੇ ਰਹੀ ਆਪਣੇ ਉਹ ਸਾਰੇ ਮਾਮਲਿਆਂ ਦੇ ਵਿੱਚ। ਇਹ ਸਾਰਾ ਜਿਹੜਾ ਸਵਾਲ ਹੈ ਆਪਸ ਦੇ ਵਿੱਚ ਦੇਖਣ ਵਾਲਾ ਸਵਾਲ ਹੈ ਕਿ ਬੀਜੇਪੀ ਪੋਲੀਟੀਕਲੀ ਗੇਮ ਖੇਡ ਰਹੀ ਹੈ, ਇਹਦੀ ਬਜਾਏ ਕਿ ਉਹ ਠੀਕ ਪਾਸੇ ਵੱਲ ਧਿਆਨ ਦੇ ਜਾਂ ਕੋਈ ਜਸਟਿਸ ਦੇ ਵੱਲ ਧਿਆਨ ਦੇ, ਇਹ ਟਕਰਾਏ। ਦੂਜਾ ਕੇਜਰੀਵਾਲ ਵਾਲਾ ਸਵਾਲ ਹੈ। ਕੇਜਰੀਵਾਲ ਨੇ ਇੱਕ ਆਪਣੇ ਵੱਲੋਂ ਰਾਏ ਦਿੱਤੀ ਕਿ ਸਿੰਗਾਪੁਰ ਤੋਂ ਫਲਾਈਟ, ਹਾਲਾਂਕਿ ਓਪਨਲੀ ਇਹਦੀ ਕੋਈ ਜ਼ਰੂਰਤ ਨਹੀਂ ਹੁੰਦੀ, ਤੁਸੀਂ ਚਿੱਠੀ ਲਿਖ ਸਕਦੇ ਹੋ, ਗਵਰਨਮੈਂਟ ਨੂੰ ਵੈਸੇ ਕਹਿ ਸਕਦੇ ਹੋ, ਤੁਸੀਂ ਵੀ ਉਹੀ ਹੈ। ਪਰ ਜਿਸ ਢੰਗ ਦੇ ਰਿਐਕਸ਼ਨ ਆਏ ਨੇ ਹੁਣ ਤੇ ਕਿ ਕੇਜਰੀਵਾਲ ਨੂੰ ਕੀ ਹੱਕ ਹੈ, ਉਹ ਕਿਉਂ ਐਂ ਕਰ ਰਿਹਾ ਜੀ ਫਲਾਨਾ, ਇਹ ਤਾਂ ਗਵਰਨਮੈਂਟ ਆਫ ਇੰਡੀਆ ਦਾ ਮਾਮਲਾ ਹੈ। ਤੇ ਉੱਥੋਂ ਦੇ ਕਿਉਂਕਿ ਸਾਡੇ ਰਾਜਦੂਤ ਨੂੰ ਬੁਲਾ ਕੇ ਉਹਨਾਂ ਨੇ ਕਹਿਤਾ ਸਿੰਗਾਪੁਰ ਵਾਲਿਆਂ ਨੇ ਕਿ ਤੁਸੀਂ ਇਹ ਗਲਤ ਕਰ ਰਹੇ ਹੋ, ਤੇ ਸਾਡੀ ਸਟੇਟ ਜਿਹੜੀ ਕਹਿ ਰਹੀ ਹੈ ਕਿ ਉਹ ਬੰਦੇ ਨੂੰ ਤਾਂ ਆਥੋਰਾਈਜੇਸ਼ਨ ਨਹੀਂ। ਇਹ ਗੱਲਾਂ ਜਿਹੜੀਆਂ ਜੇ ਤੁਹਾਡੇ ਦੇਸ਼ ਦੀਆਂ ਅੰਦਰਲੀਆਂ ਗੱਲਾਂ ਨੇ, ਤੁਸੀਂ ਉਹਨੂੰ ਉਭਾਰ ਕੇ ਫਿਰ ਇਹਦਾ ਮਤਲਬ ਤੁਸੀਂ ਕੀ ਕਰਨਾ ਚਾਹੁੰਦੇ ਹੋ ਕਿ ਤੁਹਾਡੇ ਇੰਨਾ ਜ਼ਿਆਦਾ ਕਲੇਸ਼ ਹੈ, ਤੁਸੀਂ ਇੱਕ ਦੂਜੇ ਦੀ ਸੁਣਦੇ ਨਹੀਂ ਜੀ। ਤੁਸੀਂ ਲੋਕਾਂ ਨੂੰ ਜਨਤਕ ਹੋਣਾ ਪੈਂਦਾ, ਤੁਸੀਂ ਸ਼ਾਇਦ ਅੰਦਰ ਖਾਤੇ ਗੱਲ ਨਹੀਂ ਸੁਣਨ ਲਈ ਤਿਆਰ। ਇਹ ਸਵਾਲ ਤਾਂ ਤੁਹਾਡੇ ਤੇ ਉੱਠਣਗੇ। ਜਿਹੜੀ ਤੁਹਾਡੀ ਵਿਉਂਤਬੰਦੀ, ਜਿਹੜੀ ਤੁਹਾਡੀ ਕਾਰਗੁਜ਼ਾਰੀ, ਜਿਹੜੀ ਸਹਿਕਾਰੀ ਸੰਘਵਾਦ ਦੀ ਗੱਲ ਕਰਦੇ ਸੀ ਕਿ ਅਸੀਂ ਰਾਜ ਸਰਕਾਰਾਂ ਨੂੰ ਨਾਲ ਲੈ ਕੇ ਚੱਲਾਂਗੇ, ਉਸ ਦੇ ਵਿੱਚ ਕਿਤੇ ਨਾ ਕਿਤੇ ਗੜਬੜ ਹੈ। ਗਵਰਨਮੈਂਟ ਆਫ ਇੰਡੀਆ 'ਚ ਉਹ 'ਚ ਗੜਬੜ 'ਤੇ ਉਂਗਲ ਰੱਖਣ ਲਈ ਤਿਆਰ ਨਹੀਂ, ਉਹਦੇ 'ਤੇ ਸਮਝਣ ਲਈ ਤਿਆਰ ਨਹੀਂ ਹੈ। ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ, ਜਿਨ੍ਹਾਂ ਨੇ ਆਪਣੇ ਵਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਕੱਲ੍ਹ ਨੂੰ ਇਸੇ ਸਮੇਂ ਇੱਕ ਨਵੇਂ ਮੁੱਦੇ ਦੇ ਨਾਲ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।